वाहिगुरु साहिब जी। तू मेरो मेर परबत स्वामी। धन श्री गुरु ग्रंथ साहिब जी। तू मेरो मेर परबत स्वामी। ओट गही मैं तेरी, ना तुम डोलो ना हम गिरते। ना तुम डोलो ना हम गिरते। रख लीनी हर मेरी। ना तुम डोलो ना हम गिरते। रख लीनी हर मेरी। वाहिगुरु जी का खालसा, वाहिगुरु जी की फतेह। गुरु प्यारी गुरु सवारी साध संगत जी, जो पिछला दिन कल लंघ चुका है, सतगुरु जी ने 2 अष्टपदियां तक विचार संपूर्ण करवाई है। सो आओ अज तीसरी अष्टपदी का जो श्लोक प्रारंभ हो रहा है, सतगुरु किरपा करन असी सरवण करन दी मन बिरतियां नूं एकाग्र करना करिए। श्लोक बहु शास्त्र बहु सिमरती, पेखे सर्ब ढडोल। बहुत सारे छे शास्त्र हैं जिहड़े सांख न्याय पतंजल पूर्व मीमांसा वेदांत वैशेषिक आदਿਕ सिमरतियां 27 मनु सिमरती आदਿਕ ਅਤੇ ਸਾਰਿਆਂ ਨੂੰ ਢਡੋਲ ਚੰਗੀ ਤਰ੍ਹਾਂ ਘੋਖ ਘੋਖ ਕੇ ਖੋਜ ਕੇ ਚੰਗੀ ਤਰ੍ਹਾਂ ਭਾਲ ਭਾਲ ਕੇ ਵੇਖਿਆ ਹੈ। पूजस नाही हर हरे, नानक नाम अमोल। भावें 6 शास्त्र पढ़ लवे, 27 सिमरतियां पढ़ लवे, खोज के वेख्या है, परमेश्वर दे नाम दे जपण बराबर इन्हां सारियां दी पढ़ाई नहीं पुज सकदी। परमेश्वर दा नाम ही अमोलक है। जिवें एक प्रेमी ने आके संतां दे पास सवाल किया, तलवंडी दा सी वेदांती। ओह बोपाराए आके कहन लगा, महाराज मैं सुनिया जिहड़ा वेदांत दे एक वाक नूं सुणावे 80 सिमरतियां दे पाठ जिन्ना ओहदा पुण्य है, ते गुरबाणी नूं जिहड़ा सुणावे कीर्तन करे ओहदा पुण्य किन्ना गो है। संत हस के कहंदे, सतगुरां ने इउं लिखिया है, कई कोटक जग फला सुण गावन हारे राम। हर हर नाम जपत कुल सगले तारे राम। 80 सिमरतियां बाबत कहण लगे, हे भाई की दसीए, कई करोड़ां जुगां दे फल ते कई करोड़ां सारे वेद जिन्हां ने परमेश्वर दे नाम नूं सुनिया, सब कुछ उन्हां ने हासिल कर लिया, बकाया नहीं उसदा कुछ रहिंदा। हजूर कहंदे, नाम दे बराबर हर हर दे कोई चीज़ पुज नहीं सकती, बराबर नहीं तोली जा सकती विचार के। परमेश्वर दा नाम सतगुरु जी कहंदे अमोलक है। यह अवतारां दियां देहां भी इहदे अगे हल्कियां हो जांदियां हन। जिवें कृष्ण नूं तुला के नारद चलिया सी, गोपियां दे सारे गहने बराबर पाए, कृष्ण दा शरीर जिहड़ा सी ओह भारा ही रहा। अखीर कृष्ण जी ने सैनत नाल कहा कि तुलसी दे पत्ते ते उत्ते नाम लिख के पा दिओ। जदों गोपियां नाम पाया, कृष्ण जी दा शरीर हल्का हो गया ते नाम भारा हो गया। उस वेले नारद कहंदा, मैनू इसे चीज़ दा लोड़ सी, जिहदे अगे अवतार भी हौले आ
ਤੇ ਨਾਮ ਭਾਰਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ, ਨਾਮ ਅਮੋਲਕ ਹੈ ਭਾਈ। ਪਰਮੇਸ਼ਰ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਪੁੱਜ ਸਕਦੀ। ਇਵੇਂ ਰਾਮਚੰਦਰ ਜੀ ਨੇ ਜਿਸ ਵਕਤ ਸਰਵਰ ਪਰ ਗਿਰਵਰ ਤਰ ਭਾਰੈ ਸਰਵਰ ਕੇ ਪਾਤਨ ਸਭ ਤਾਰੇ, ਸਮੁੰਦਰ ਦੇ ਉੱਤੇ ਪਹਾੜ ਬੜੇ ਭਾਰੀ ਰੱਖ ਰੱਖ ਕੇ ਮਹਾਰਾਜ ਦੇ ਨਾਮ ਲਿਖ ਕੇ ਬ੍ਰਿਸ਼ ਦੇ ਪੱਤਿਆਂ ਵਾਂਗੂ ਤਾਰ ਦਿੱਤੇ। ਉਸ ਵੇਲੇ ਤੁਲਸੀ ਜੀ ਨੇ ਕਿਹਾ, ਕਹੋ ਕਹਾਂ ਲਗ ਨਾਮ ਵਡਾਈ, ਰਾਮ ਨ ਸਕੈ ਨਾਮ ਗੁਣ ਗਾਈ। ਤੁਲਸੀ ਜੀ ਕਹਿੰਦੇ ਆ, ਨਾਮ ਦੀ ਵਡਿਆਈ ਕੀ ਮੈਂ ਦੱਸਾਂ। ਸ੍ਰੀ ਰਾਮਚੰਦਰ ਦਾ ਉਪਾਸ਼ਕ ਹਾਂ, ਉਹ ਵੀ ਨਾਮ ਦੇ ਗੁਣ ਨਹੀਂ ਗਾ ਸਕਦੇ। ਏਡਾ ਉੱਚਾ ਅਮੋਲਕ ਨਾਮ ਸਤਿਗੁਰੂ ਜੀ ਕਹਿੰਦੇ ਹਨ। ਪਰਮੇਸ਼ਰ ਦੇ ਬਰਾਬਰ ਨਾਮ ਦੇ ਕੋਈ ਚੀਜ਼ ਨਹੀਂ ਪੁੱਜ ਸਕਦੀ। ਐਸਾ ਅਮੋਲਕ ਨਾਮ ਹੈ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ। ਸਤਿਗੁਰੂ ਸਾਹਿਬ ਜੀ ਕਹਿੰਦੇ, ਜਿਹੜੇ ਬਾਣੀ ਕਰਕੇ ਜਪ ਕਰਦੇ ਹਨ, ਦੇਵਤਿਆਂ ਦੇ ਕਿਸੇ ਮੰਤਰ ਦਾ ਅਤੇ ਜਾਂ ਉਪਾਸੂ ਜਾਪ ਕਰਦੇ, ਕੰਠ ਮਧਮਾ ਕਰਕੇ ਤੇ ਜਾਂ ਬੈਖਰੀ ਕਰਕੇ ਜਾਂ ਪਸੰਤੀ ਕਰਕੇ, ਕਿਸੇ ਦੇ ਜਾਂ ਪਰਾ ਕਰਕੇ ਮਹਾਰਾਜ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਅਤੇ ਤਪ ਕਰਦੇ, ਧੂਣੀਆਂ ਤਾਉਂਦੇ ਆ, ਜਲ ਧਾਰਾ ਕਰਦੇ ਆ, ਵਰਖਾ ਸਹਾਰਦੇ ਆ, ਵਰਤ ਆਦਿਕ ਰੱਖਦੇ ਆ, ਤਪ ਕਰਦੇ ਹਨ ਅਤੇ ਗਿਆਨ ਸੰਖਿਆ ਵਾਲਾ ਜਿਨ੍ਹਾਂ ਨੇ ਚੇਤੇ ਕੀਤਾ ਹੋਇਆ ਹੈ। 25 ਪ੍ਰਕਿਰਤੀਆਂ ਦਾ ਸਮਝ ਹੋਣੀ ਚਾਹੀਦੀ ਹੈ। 25 ਪ੍ਰਕਿਰਤੀਆਂ ਵਾਲਾ ਜਿਹੜਾ ਗਿਆਨ ਹੈ। ਮਤ ਹੈ, ਉਹ ਕਹਿੰਦੇ ਪ੍ਰਧਾਨ ਰੂਪ ਹੋਈ ਮੋਖ ਰੂਪ ਹੈ ਅਤੇ ਭੋਗ ਰੂਪ ਹੋਈ ਬੰਧਨ ਰੂਪ ਹੈ ਸੰਖੀਆਂ ਦਾ ਮਤ। ਇਹ ਸਭ ਅਤੇ ਧਿਆਨ ਜੋ ਚਿੱਤ ਬਿਰਤੀਆਂ ਰੋਕਣ ਵਾਲਾ ਹੈ, ਪਤੰਜਲੀਆਂ ਵਾਲਾ ਜਿਹੜਾ ਹੈ। ਖਟ ਸ਼ਾਸਤਰ ਸਿਮਰਤ ਵਖਿਆਨ। 6 ਸ਼ਾਸਤਰ ਨੂੰ ਸਾਂਖ ਨਿਆਏ ਪਤੰਜਲ ਆਦਿਕ ਦਾ ਚਰਚਾ ਕਰਨ ਲੱਗ ਜੇ, ਵਿਖਿਆਨ ਕਰਨ ਲੱਗ ਜੇ, ਰਿਜ਼ਲਟ ਕੱਢ ਕੱਢ ਕੇ ਤਤ ਦੱਸੀ ਜਾਵੇ। ਇਹ ਸਾਂਖ ਜਿਹੜਾ ਨਿਰਈਸ਼ਰਵਾਦੀ ਹੈ, ਕਲਪ ਸਿੱਧ ਨੇ ਜੀਵ ਦੇ ਰੂਪ ਨੂੰ ਹੀ ਕਥਨ ਕੀਤਾ ਹੈ ਅਤੇ ਨਿਆਏ ਜੀਵ ਈਸ਼ ਦੀ ਅਭੇਦਤਾ ਮੰਨਣ ਵਾਲਾ ਹੈ ਅਤੇ ਵੇਦਾਂਤ ਅਗਿਆਨ ਤੋਂ ਸ੍ਰਿਸ਼ਟੀ ਨੂੰ ਮੰਨਦਾ ਅਤੇ ਵੈਸ਼ੇਸ਼ਿਕ ਕਾਲਵਾਦੀ ਸਮੇਂ ਨੂੰ ਹੀ ਸਭ ਕੁਝ ਕਹਿੰਦਾ ਹੈ। ਪੂਰਬ ਮੀਮਾਂਸਾ ਕਰਮਾਂ ਦਾ ਹੀ ਕਥਨ ਕਰਦਾ ਹੈ। ਜੋਗ ਬਿਰਤੀ ਤੋਂ ਨਿਰੋਧ ਹੀ ਮੰਨਦਾ ਹੈ। ਬ੍ਰਹਮ ਲੋਕ ਦੀ ਪ੍ਰਾਪਤੀ ਮੁਕਤੀ ਮੰਨਦਾ ਹੈ। ਪਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ ਹੈ। ਇਉਂ ਸ਼ਾਸਤਰਾਂ ਦੇ ਵਿਖਿਆਨ ਨੇ ਅਤੇ 27 ਸਿਮਰਤੀਆਂ ਮਨੁ ਸਿਮਰਤੀ ਭਾਰ ਦੰਡ ਸੰਗ੍ਰਹਿ ਕਥਨ ਕੀਤਾ ਹੋਇਆ। ਯਾਗਲਵਕ ਸਿਮਰਤੀ ਨਿਰੀ ਉਪਾਸ਼ਨਾ ਹੀ ਹੈ। ਵਿਸ਼ਿਸ਼ਟ ਵਿੱਚ ਉਪਾਸ਼ਨਾ ਤੇ ਗਿਆਨ ਦੋਵੇਂ ਕਥਨ ਕੀਤੇ ਆ। ਇਉਂ ਸਿਮਰਤੀਆਂ ਦਾ ਵਿਖਿਆਨ ਵੀ ਜੇਕਰ ਕੋਈ ਕਰ ਲਵੇ। ਜੋਗ ਅਭਿਆਸ ਕਰਮ ਧਰਮ ਕਿਰਿਆ। ਇਸੇ ਤਰ੍ਹਾਂ ਹੀ ਜੋਗ ਬਣ ਕਰਕੇ 8 ਅੰਗ ਹਨ ਜੋਗ ਦੇ। ਯਮ, ਨੇਮ, ਆਸਣ, ਧਿਆਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਸਮਾਧ ਆਦਿਕ ਜੋਗ ਦੇ ਅੰਗ ਸਿੱਖ ਲਵੇ। ਜੋਗਾ ਅਭਿਆਸੀ ਹੋ ਜਾਵੇ। ਲੈ ਜੋਗ, ਰਾਜ ਜੋਗ, ਹਠ ਜੋਗ, ਮੰਤਰ ਜੋਗ ਆਦਿਕ ਦਾ ਅਭਿਆਸ ਕਰ ਲਵੇ ਅਤੇ ਕਰਮ ਨਿਤ ਨਿਵਿਰਤ ਪ੍ਰਾਸ਼ਚਿਤ ਕਾਮੁਕ ਆਦਿਕ ਕਰਮ ਕਰ ਲਵੇ। ਧਰਮ ਜਗ ਆਦਿਕ ਕਰ ਲਵੇ। ਕਿਰਿਆ ਨਿਉਲੀ ਧੋਤੀ ਆਦਿਕਾਂ ਦੀ ਕਰ ਲਵੇ। ਸਗਲ ਤਿਆਗ ਬਨ ਮੱਧੇ ਫਿਰਿਆ। ਫਿਰ ਸਾਰਿਆਂ ਦੀ ਤਿਆਗੀ ਹੋ ਕੇ ਬਾਨ ਪ੍ਰਸਤ ਬਣ ਕੇ ਬਨ ਦੇ ਵਿੱਚ ਵਿਚਰਨ ਲੱਗ ਜਾਵੇ। ਅਨਕ ਪ੍ਰਕਾਰ ਕੀਏ ਬਹੁ ਜਤਨਾ। ਸਤਿਗੁਰੂ ਜੀ ਫਰਮਾਰੇ ਭਾਈ, ਅਨੇਕ ਪ੍ਰਕਾਰ ਕਰਕੇ ਬਹੁਤ ਸਾਰੇ ਸਾਧਨਾਂ ਦੇ ਯਤਨ ਕਰਦੇ ਰਵੇ।
ਪੁੰਨ ਦਾਨ ਹੋਮੇ ਬਹੁ ਰਤਨਾ। ਪਿਆਰੀ ਸਾਧ ਸੰਗਤ ਜੀ, ਇੱਥੇ ਅਸੀਂ ਅੱਖਰਾਂ ਦਾ ਵੀ ਅਗਾਧ ਬੋਧ ਜੋ ਸੁੱਧ ਸਪਸ਼ਟਤਾ ਵੱਲੋਂ ਜਾਣਨ ਦੀ ਸਤਿਗੁਰੂ ਜੀ ਦੇ ਬਲ ਨਾਲ, ਸਤਿਗੁਰੂ ਜੀ ਦੇ ਕਿਰਪਾ ਨਾਲ ਜਾਣਨ ਦੀ ਨਿਮਾਣੀ ਜੀ ਕੋਸ਼ਿਸ਼ ਕਰਨੀ ਹੈ। ਇੱਥੇ ਹੋਮੇ ਆਇਆ ਹੈ। ਕਈ ਮੇਰੇ ਵੀਰ ਭਰਾ ਭੈਣਾਂ ਹਉਮੈ ਪੜ ਜਾਂਦੇ ਹਨ। ਠੀਕ ਹੈ, ਬਾਣੀ ਵਿੱਚ ਹਉਮੈ ਵੀ ਸ਼ਬਦ ਆਇਆ ਹੈ। ਹਉਮੈ ਸ਼ਬਦ ਆਵੇਗਾ ਹਾਹਾ ਊੜੇ ਨੂੰ ਔਂਕੜ ਮੰਮੇ ਦਲਾਵਾਂ ਹਉਮੈ। ਇੱਥੇ ਹਾਹੇ ਨੂੰ ਹੂੜਾ ਹੈ ਤੇ ਕੱਲਾ ਮੰਮੇ ਨੂੰ ਲਾਮ ਹੈ, ਊੜਾ ਨਹੀਂ ਹੈ। ਇਸ ਕਰਕੇ ਇਹ ਸ਼ਬਦ ਇਕੱਠਾ ਹੋ ਜਾਵੇਗਾ, ਲੰਬਾ ਨਹੀਂ ਹੋਵੇਗਾ। ਜੇਕਰ ਵਿੱਚ ਊੜਾ ਹੋਵੇ ਤੇ ਲੰਬਾ ਹੋ ਜਾਵੇਗਾ, ਭਾਰਾ ਹੋ ਜਾਵੇਗਾ ਹਉਮੈ। ਇੱਥੇ ਸਤਿਗੁਰੂ ਕਹਿੰਦੇ ਹੋਮੇ, ਜਿਵੇਂ ਪੜ੍ਹੀਏ ਅਸੀਂ ਹਾਹੇ ਨੂੰ ਹੋੜਾ ਹੋ, ਮੰਮੇ ਨੂੰ ਲਾਮ ਮੇ, ਇਸ ਤਰ੍ਹਾਂ ਪੜ੍ਹਨਾ ਹੈ ਹੋਮੇ। ਪੁੰਨ ਦਾਨ ਹੋਮੇ ਬਹੁ ਰਤਨਾ। ਬਹੁ, ਇੱਥੇ ਬਹੁ ਨਹੀਂ ਕਹਿਣਾ, ਬਹੁ ਆਹੇ ਨੂੰ ਔਂਕੜ ਬੋਲਣਾ ਹੈ, ਆਹੇ ਨੂੰ ਹੋੜਾ ਨਹੀਂ ਬੋਲਣਾ, ਇੱਕ ਮਾਤਰਾ ਵੱਧ ਜਾਵੇਗੀ। ਸਤਿਗੁਰੂ ਕਹਿੰਦੇ ਪੁੰਨ ਪੂਰਬਲੇ ਵਕਤ ਨੂੰ ਮੰਨ ਕੇ ਕਿਸੇ ਪੁੰਨਿਆ ਮੱਸਿਆ ਆਦਿਕਾਂ ਨੂੰ ਦਾਨ ਹਮੇਸ਼ਾ ਕਰੇ, ਹਵਨ ਕਰੇ। ਬਹੁਤ ਸਾਰੇ ਰਤਨ ਘਿਓ ਆਦਿਕ ਰਤਨਾਂ ਨੂੰ ਪਾ ਕੇ, ਮੋਤੀ ਆਦਿਕ ਪਾ ਕੇ ਸੋਹਣੇ ਰਤਨਾਂ ਦਾ ਹਵਨ ਕਰੇ। ਸਰੀਰ ਕਟਾਏ ਹੋਮੈ ਕਰ ਰਾਤੀ। ਸਾਧ ਸੰਗਤ ਜੀ, ਪਿਛਲੀ ਪੰਕਤੀ ਵਿੱਚ ਮੰਮੇ ਨੂੰ ਲਾਮ ਆਈ ਸੀ, ਇੱਥੇ ਮੰਮੇ ਨੂੰ ਦੁਲਾਵਾਂ ਆ ਗਈਆਂ ਹਨ, ਪਰ ਊੜਾ ਫਿਰ ਵੀ ਨਹੀਂ ਆਇਆ। ਇਸ ਨੂੰ ਫਿਰ ਵੀ ਹਉਮੈ ਨਹੀਂ ਬੋਲਣਾ, ਹੋਮੇ। ਉੱਥੇ ਸੀ ਹੋਮੇ, ਇੱਥੇ ਹੈ ਹੋਮੈ। ਜਿਵੇਂ ਹਾਹੇ ਨੂੰ ਹੋੜਾ ਹੋ, ਮੰਮੇ ਨੂੰ ਦੁਲਾਵਾਂ ਮੈਂ ਨਹੀਂ ਕਹਿਣਾ, ਹੋਮੈ। ਸਰੀਰ ਕਟਾਏ ਹੋਮੈ ਕਰ ਰਾਤੀ। ਫਿਰ ਸਰੀਰ ਨੂੰ ਹਵਨ ਕਰੇ ਰੱਤੀ ਜਿੰਨਾ ਕਟਾ ਕੇ, ਜਿਵੇਂ ਕੁੰਭਲਾ ਦੇਵੀ ਦੇ ਪਾਸੋਂ ਵਰ ਲੈਣ ਵਾਸਤੇ ਮੇਘਨਾਥ ਨੇ ਲక్ష్మణ ਨੂੰ ਜਿੱਤਣ ਵਾਸਤੇ ਰੱਤੀ ਕੱਟ ਕੇ ਉਸ ਨੂੰ ਭੇਟਾ ਕਰ ਰਿਹਾ ਸੀ। ਭੀਖਨ ਭੇਜਦਾ ਸੀ ਕਿ ਹੁਣੇ ਵੇਲਾ ਹੈ, ਮੇਘਨਾਥ ਮਾਰ ਲਓ ਫੇਰ ਨਹੀਂ ਮਰਨਾ। ਲక్ష్మణ ਨੇ ਜਾ ਕੇ ਮੇਘਨਾਥ ਨੂੰ ਤੀਰ ਨਾਲ ਮਾਰਿਆ ਸੀ। ਉਹ ਕੁੰਭਲਾ ਦੇਵੀ ਦੇ ਅੱਗੇ ਰੱਤੀ ਕੱਟ ਕੇ ਹਵਨ ਕਰ ਰਿਹਾ ਸੀ ਆਪ ਦੇ ਸਰੀਰ ਦਾ। ਇਸ ਪ੍ਰਕਾਰ ਜੇ ਕੋਈ ਰੱਤੀ ਜਿੰਨਾ, ਸਤਿਗੁਰੂ ਜੀ ਫਰਮਾ ਰਹੇ ਹੈ ਕਿ ਕੋਈ ਰੱਤੀ ਜਿੰਨਾ ਕੱਟ ਕੇ ਹਵਨ ਵੀ ਕਰ ਲਵੇ ਅੱਗ ਦੇ ਵਿੱਚ, ਵਰਤ ਨੇਮ ਕਰੈ ਬਹੁ ਭਾਤੀ। ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਵਰਤ ਰੱਖੇ ਅਕਾਂਸੀਆਂ ਦੇ 24 ਨੇਮ ਆਦਿਕ ਰੱਖਣਾ ਕਰੇ। ਨਿਯਮ ਕੋਈ ਰੱਖ ਲਵੇ, ਜਿਵੇਂ ਜੁੱਤੀ ਨਹੀਂ ਪਾਉਣੀ, ਪਗੜੀ ਨਹੀਂ ਬੰਨਣੀ, ਨੰਗੇ ਪੈਰੀਂ ਤੀਰਥਾਂ ਤੇ ਜਾਣਾ, ਇਹੋ ਜਿਹੇ ਨੇਮ ਕਰ ਲਵੇ ਅਤੇ ਬਹੁਤ ਤਰ੍ਹਾਂ ਕਰ ਲਵੇ ਇਸ ਪ੍ਰਕਾਰ ਦੇ। ਨਹੀਂ ਤੁਲ ਰਾਮ ਨਾਮ ਵਿਚਾਰ। ਪਰ ਸਤਿਗੁਰੂ ਜੀ ਫਰਮਾ ਰਹੇ ਹੈ ਭਾਈ ਜਿੰਨੇ ਸਾਧਨਿਆਂ ਸਾਰੇ ਮਹਾਰਾਜ ਦੇ ਨਾਮ ਦੇ ਬਰਾਬਰ ਵਿਚਾਰ ਲਓ। ਮਹਾਰਾਜ ਕਹਿੰਦੇ ਹਨ ਕੋਈ ਵੀ ਇਸ ਦੇ ਬਰਾਬਰ ਨਹੀਂ ਹੋ ਸਕਦੇ, ਸਭ ਤੁਛ ਹਨ। ਜਿਵੇਂ ਸਤਿਗੁਰੂ ਜੀ ਜਪਜੀ ਸਾਹਿਬ ਵਿੱਚ ਫਰਮਾਉਂਦੇ ਹਨ ਕਿ ਭਾਈ ਤੀਰਥ ਤਪ ਦਇਆ ਦਤ ਦਾਨ। ਸਤਿਗੁਰੂ ਕਹਿੰਦੇ ਤੀਰਥ ਤਪ ਆਦਿਕ ਧੂਣੀਆਂ ਤਖਾਉਣੀਆਂ, ਸਰੀਰ ਨੂੰ ਤੰਗ ਕਰਕੇ ਤਪ ਕਰਨੇ। ਤੀਰਥ ਤਪ ਦਇਆ ਕਰਨੀ ਜੀਆਂ ਤੇ। ਦਤ ਦਾਨ, ਦਤ ਆਪਣੇ ਆਪ ਵਿੱਚ ਸੰਜਮ ਰੱਖਣਾ, ਦਾਨ ਕਰੇ। ਸਤਿਗੁਰੂ ਕਹਿੰਦੇ ਜੇ ਕੋਈ ਇਹਨਾਂ ਚੀਜ਼ਾਂ ਦਾ ਫਲ ਚਾਹਵੇ ਵੀ ਮੈਂ ਦਇਆ ਵੀ ਕਰਦਾ, ਸੰਜਮ ਵਿੱਚ ਰਹਿਣਾ, ਦਾਨ ਵੀ ਕਰਦਾ, ਤੀਰਥਾਂ ਤੇ ਵੀ ਜਾਣਾ, ਇਸ਼ਨਾਨ ਵੀ ਕਰਦਾ, ਪਰ ਜੇ ਨਾਮ ਨਹੀਂ ਜਪਦਾ ਤੇ ਸਤਿਗੁਰੂ ਕਹਿੰਦੇ ਜੇ ਇਹਨਾਂ ਦਾ ਫਲ ਲੈਣਾ ਚਾਹਵੇ ਜੀਵ, ਤੇ ਕਹਿੰਦੇ ਜੇ ਕੋ ਪਾਵੈ, ਜੇ ਕੋਈ ਪਾਉਣਾ ਚਾਹੁੰਦਾ ਹੈ ਫਲ ਇਹਨਾਂ ਚੀਜ਼ਾਂ ਦਾ, ਜੇ ਕੋ ਪਾਵੈ ਤਿਲਕਾ ਮਾਨ, ਇੱਕ ਤਿਲ ਜਿੰਨਾ ਮਾਨ ਮਿਲ ਸਕਦਾ ਹੈ ਦਰਗਾਹ 'ਚੋਂ, ਕਿਉਂਕਿ ਨਾਮ ਹੀ ਇੱਕ ਅਮੋਲਕ ਵਸਤੂ ਹੈ।
ਔਰ ਜਿਤਨੇ ਵੀ ਅਸੀਂ ਕਰਮ ਕਾਂਡ ਕਰਦੇ ਹਾਂ ਉਹਨਾਂ ਦਾ ਤਿਲ ਮਾਤਰ ਜਿੰਨਾ ਸਾਨੂੰ ਫਲ ਮਿਲਦਾ ਹੈ। ਸਤਿਗੁਰੂ ਕਹਿੰਦੇ ਭਾਈ ਭਾਵੇਂ ਕੁਝ ਵੀ ਕਰ ਲਓ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਤੇ ਗੁਰਮੁਖ ਬਣ ਕੇ ਜੇ ਇੱਕੋ ਵਾਰੀ ਵਾਹਿਗੁਰੂ ਕਹਿਣ ਦੇ ਬਰਾਬਰ ਇਹ ਸਾਰੇ ਪੁੱਜ ਨਹੀਂ ਸਕਦੇ। ਜਿਵੇਂ ਸਾਖੀ ਭਾਈ ਧੰਨਾ ਸਿੰਘ ਜੀ, ਇਹਨਾਂ ਸਾਰਿਆਂ ਸਾਧਨ ਨਾਲੋਂ ਵੱਡਾ ਸਿਮਰਨ ਹੈ ਪਰਮੇਸ਼ਰ ਦਾ। ਭਾਈ ਧੰਨਾ ਸਿੰਘ ਜੀ ਨੂੰ ਮਹਾਰਾਜ ਕਲਗੀਧਰ ਸਾਹਿਬ ਜੀ ਨੇ ਕਿਹਾ, ਧੰਨਾ ਸਿਆਂ ਜਾਪ ਕਰਕੇ ਵਿਖਾ। ਇੱਕ ਵਾਰੀ ਜਦੋਂ ਭਾਈ ਧੰਨਾ ਸਿੰਘ ਨੂੰ ਜਾਪ ਕਿਹਾ, ਪ੍ਰੇਮ ਸਮਾਰਗ ਵਿੱਚ ਪ੍ਰਸੰਗ ਆਉਂਦਾ ਹੈ। ਜਦੋਂ ਜਾਪ ਕੀਤਾ, ਭਾਈ ਧੰਨਾ ਸਿੰਘ ਜੀ ਦੇ ਸਾਰੇ ਰੋਮਾਂ 'ਚੋਂ ਵਾਹਿਗੁਰੂ ਵਾਹਿਗੁਰੂ ਨਿਕਲਿਆ। ਇੱਕ ਜੋਗੀ ਸੀ, ਬੜਾ ਮਾਣ ਕਰਦਾ ਸੀ ਅਭਿਆਸ ਦਾ। ਕਹਿਣ ਲੱਗੇ, ਭਾਈ ਧੰਨਾ ਸਿੰਘ ਦੇ ਇੱਕ ਵਾਰੀ ਵਾਹਿਗੁਰੂ ਕਹਿਣ ਜਿੰਨਾ ਜਾਪ ਹੈ ਤੇਰਾ। ਜੋਗੀ ਕਹਿੰਦਾ, ਕਿਵੇਂ ਹੈ? ਮਹਾਰਾਜ ਕਹਿੰਦੇ, ਕੰਨ ਲਾ ਕੇ ਸੁਣ। ਸਾਰਿਆਂ ਰੋਮਾਂ 'ਚੋਂ ਵਾਹਿਗੁਰੂ ਦਾ ਜਾਪ ਹੁੰਦਾ ਵੇਖ ਕੇ ਪੈਰੀਂ ਪੈ ਗਿਆ ਜੋਗੀ। ਇਸ ਪ੍ਰਕਾਰ ਸਾਧ ਸੰਗਤ ਜੀ ਹਜੂਰ ਕਹਿੰਦੇ ਹਨ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਇਹੋ ਜਿਹਾ ਇੱਕ ਵਾਰੀ ਨਾਮ ਜਪਣਾ ਹੈ ਕਿ ਮਨ ਚਿੱਤ ਇਕਾਗਰ ਹੋਵੇ, ਕਿ ਗੁਰਮੁਖ ਬਣ ਕੇ ਜੇ ਇੱਕ ਵਾਰੀ ਵੀ ਨਾਮ ਜਪ ਲਈਏ ਉਹਦੇ ਬਰਾਬਰ ਨਹੀਂ ਹੋ ਸਕਦਾ। ਏਡਾ ਉੱਚਾ ਗੁਰਮੁਖ ਨਾਮ ਤੁਲ ਨ ਤੁਲਾਸੀ। ਸਾਧ ਸੰਗਤ ਜੀ, ਤੋਲਣ ਤੋਂ ਰਹਿਤ ਪਰਮੇਸ਼ਰ ਦਾ ਨਾਮ ਹੈ। ਇੱਕ ਵਾਰ ਹੈ ਮਨੁੱਖਾ ਜਨਮ, ਜੇ ਇੱਕ ਵਾਰੀ ਗੁਰਮੁਖ ਬਣ ਕੇ ਨਾਮ ਧਿਆਨ ਲਈਏ। ਜੋ ਕਲ ਕੋ ਇੱਕ ਬਾਰ ਧਿਆਇਆ ਹੈ, ਜਿਨ੍ਹਾਂ ਦੀ ਲਿਵ ਲੱਗੀ ਹੋਵੇ, ਇੱਕ ਛਿਨਵੀਂ ਧਿਆ ਲਿਆ, ਜਿਹਨੂੰ ਕਦੇ ਭੁੱਲਦਾ ਨਾ ਹੋਵੇ। ਗੁਰਾਂ ਦੁਆਰਾ ਇੱਕ ਛਿਨਵੀਂ ਚੇਤੇ ਕਰ ਲਈਏ, ਉਹ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਂਦਾ ਅਤੇ ਇਹਦੇ ਬਰਾਬਰ ਨਹੀਂ ਹੋ ਸਕਦੇ ਸਾਰੇ ਸਾਧਨ ਜਿੰਨੇ ਹਨ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਜੇ ਆਦਮੀ 9 ਖੰਡ ਪ੍ਰਿਥਵੀ ਦੇ ਜਿਹੜੇ ਹਨ, ਭਾਰਤ ਖੰਡ, ਵਿਸ਼ੈ ਖੰਡ ਆਦਿਕ, ਇਹਨਾਂ 9 ਖੰਡਾਂ ਵਿੱਚ ਫੇਰ ਆਵੇ, ਵਿਚਰ ਆਵੇ, ਸਿੱਧ ਬਣ ਕੇ ਅਤੇ ਚਿਰਜੀਵੀ ਹੋ ਜੇ, ਕਰੋੜਾਂ ਵਰਿਆਂ ਦੀ, ਲੱਖਾਂ ਵਰਿਆਂ ਦੀ ਉਮਰ ਹੋ ਜਾਵੇ। ਮਹਾ ਉਦਾਸ ਤਪੀਸਰ ਥੀਵੈ। ਫਿਰ ਉਹ ਲਾਲਚੀ ਨਾ ਹੋਵੇ, ਬਹੁਤਾ ਉਦਾਸ ਰਹਿਣ ਵਾਲਾ ਹੋਵੇ, ਉਦਾਸ ਹੋ ਵਿਸ਼ਈ ਨਾ ਹੋਵੇ ਅਤੇ ਬੜੇ ਭਾਰੀ ਤਪ ਕਰਨ ਵਾਲਾ ਹੋ ਜਾਵੇ। ਅਗਨ ਮਾਹਿ ਹੋਮਤ ਪ੍ਰਾਨ। ਫਿਰ ਆਪ ਦੇ ਅੱਗ ਵਿੱਚ ਹਵਨ ਕਰ ਦੇਵੇ, ਪ੍ਰਾਣਾਂ ਨੂੰ ਨਾਸ਼ ਕਰ ਦੇਵੇ। ਕਨਕ ਅਸਵ ਹੈਵਰ ਭੂਮਦਾਨ। ਆਪ ਦੇ ਸਰੀਰ ਨੂੰ ਵੀ ਹਵਨ ਕਰ ਦੇਵੇ ਅੱਗ ਵਿੱਚ, ਤੇ ਸੇਵਿਆਂ ਦੇ ਘੋੜੇ ਬਣਾ ਕੇ ਦਾਨ ਕਰ ਦੇਵੇ। ਐਵਰ ਦਰਿਆਈ ਘੋੜੇ ਜਿਹੜੇ ਸ੍ਰੇਸ਼ਟ ਆ, ਉਹਨਾਂ ਦਾ ਵੀ ਦਾਨ ਕਰ ਦੇਵੇ। ਜੇਕਰ ਕਿ ਭੂਮ ਧਰਤੀ ਦਾ ਦਾਨ, ਭੂਮੀ ਦਾ ਦਾਨ ਕਰਨ ਵਾਲਾ ਵੀ ਹੋਵੇ। ਨਿਉਲੀ ਕਰਮ ਕਰੈ ਬਹੁ ਆਸਨ। ਨਿਉਲੀ ਕਰਮ ਕਰੈ ਬਹੁ ਆਸਨ। ਜੇਕਰ ਨਿਉਲੀ ਧੋਤੀ ਆਦਿਕਾਂ ਦੇ ਕਰਮ ਹਨ ਜਿਹੜੇ ਇਹ ਵੀ ਕਰ ਲਵੇ, ਆਂਦਰਾਂ ਦੇ ਤਾਈਂ ਧੋਈਦਾ ਹੈ। ਜੇ ਸਾਹ ਖਿੱਚਣ ਦੀ ਸ਼ਕਤੀ ਹੋਵੇ, 10ਵੇਂ ਦੁਆਰ 'ਚ ਬ੍ਰਹਮਚਰਜ ਪੈਦਾ ਹੋ ਜਾਂਦਾ ਹੈ ਤੇ ਫਿਰ ਸਰੀਰ ਡੋਲਦਾ ਨਹੀਂ, ਜਲਸਰ 'ਚ ਕਾਇਮ ਹੋ ਜਾਂਦਾ ਹੈ। ਨਿਉਲੀ ਕਰਮ ਦਾ ਇਹ ਮਤਲਬ ਹੁੰਦਾ ਹੈ ਆਦਿਕ ਕਰਮ ਵੀ ਕਰੇ। ਇਸੇ ਪ੍ਰਕਾਰ ਜਿਹੜੇ ਬਹੁਤ ਸਾਰੇ ਆਸਣ ਨੇ, 84 ਆਸਣ ਨੇ ਜਿਹੜੇ ਲਾਉਣ ਲੱਗ ਜਾਵੇ। ਜੈਨ ਮਾਰਗ ਸੰਜਮ ਅਤ ਸਾਧਨ। ਜੈਨ ਮਾਰਗੀਆਂ ਦਾ ਕੰਮ ਹੁੰਦਾ ਹੈ ਸੰਜਮ। ਇੱਕ ਫੱਟੇ ਤੇ 40 ਦਿਨ ਪਏ ਰਹਿਣਾ, ਅਤਿਅੰਤ ਸਾਧਨ ਕਰ ਲਵੇ। ਹੋਰ ਮੰਤਰ ਵਾਲੇ ਵੀ ਅਤਿਅੰਤ ਸਾਧਨ ਕਰ ਲਵੇ।
ਨਿਮਖ ਨਿਮਖ ਕਰ ਸਰੀਰ ਘਟਾਵੈ। ਜੇ ਭਾਈ ਰੱਤੀ ਰੱਤੀ ਕਰਕੇ ਵੀ ਆਪਦਾ ਸਰੀਰ ਘਟਾ ਦੇਵੇ, ਏਡਾ ਕੋਈ ਬਲੀ ਹੋਵੇ ਏਦਾਂ ਸਰੀਰ ਹਵਨ ਕਰ ਦੇਵੇ ਆਪਦਾ, ਤੋ ਭੀ ਹਉਮੈ ਮੈਲ ਨ ਜਾਵੈ। ਸਾਧ ਸੰਗਤ ਜੀ, ਇੱਥੇ ਹੁਣ ਹਾਹਾ ਊੜੇ ਨੂੰ ਔਂਕੜ ਮੰਮੇ ਦੁਲਾਵਾ ਆਇਆ ਹੈ। ਇੱਥੇ ਅਸੀਂ ਪੜਾਂਗੇ ਹਉਮੈ। ਹਉਮੈ ਸਤਿਗੁਰੂ ਕਹਿੰਦੇ ਭਾਈ ਤੋ ਭੀ ਹਉਮੈ ਮੈਲ ਨ ਜਾਵੈ। ਤਾਂ ਵੀ ਜਿਹੜੀ ਹੰਗਤਾ ਦੀ ਮੈਲ ਹੈ ਜੀਵ ਦੇ ਅੰਦਰੋਂ ਜਾਂਦੀ ਨਹੀਂ। ਇਤਨੇ ਕਰਮ ਕਰਨ ਦੇ ਬਾਵਜੂਦ ਵੀ ਉਹ ਬਣੀ ਰਹਿੰਦੀ ਹੈ। ਹਰਿ ਕੇ ਨਾਮ ਸਮਸਰ ਕਛ ਨਾਹਿ। ਇਸ ਕਰਕੇ ਹਉਮੈ ਮੇਟਣ ਵਾਸਤੇ ਪਰਮੇਸ਼ਰ ਦੇ ਨਾਂ ਦੇ ਬਰਾਬਰ ਕੋਈ ਵਸਤੂ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ। ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਬਣ ਕੇ ਜਿਹੜੇ ਨਾਮ ਜਪਦੇ ਹਨ ਉਹ ਕਲਿਆਣ ਨੂੰ ਪਾਉਂਦੇ ਹਨ। ਮਨ ਕਾਮਨਾ ਤੀਰਥ ਦੇਹ ਛੁਟੈ। ਜੇ ਮਨ ਵਿੱਚ ਕਾਮਨਾ ਹੋਵੇ ਤੀਰਥਾਂ ਤੇ ਦੇਹ ਛੁੱਟ ਜੇ, ਮਨੀਕਰਨ ਤੀਰਥ ਤੇ ਜਾ ਕੇ ਵੀ ਦੇਹ ਛੱਡ ਜਾਵੇ। ਜੇ ਮਨ ਕਾਮਨਾ ਦੇ ਸਹਿਤ ਹੋ ਕੇ ਤੀਰਥਾਂ ਤੇ ਦੇਹ ਵੀ ਛੁੱਟ ਜਾਵੇ, ਗਰਭ ਗੁਮਾਨ ਨ ਮਨ ਤੇ ਹੁਟੈ। ਸਾਧ ਸੰਗਤ ਜੀ, ਦੋ ਤਰ੍ਹਾਂ ਬਾਣੀ ਦੇ ਵਿੱਚ ਗਰਭ ਅਕਸ਼ਰ ਆਇਆ ਹੈ, ਸ਼ਬਦ ਆਇਆ ਹੈ। ਸਤਿਗੁਰੂ ਜੀ ਫਰਮਾਉਂਦੇ ਹੈ ਜੋ ਗੱਗਾ ਰਾਰਾ ਬੱਬਾ ਗਰਭ ਆਵੇਗਾ, ਇਸ ਦਾ ਮਤਲਬ ਹੈ ਹੰਕਾਰ ਹਉਮੈ। ਜੋ ਗੱਗਾ ਰਾਰਾ ਭੱਬਾ ਆਵੇਗਾ ਉਸ ਦਾ ਮਤਲਬ ਹੈ ਮਾਂ ਦਾ ਗਰਭ, ਮਾਂ ਦੀ ਕੁੱਖ, ਮਾਂ ਦਾ ਪੇਟ। ਸਤਿਗੁਰੂ ਇੱਥੇ ਹਉਮੈ ਦੀ ਗੱਲ ਕਰ ਰਿਹਾ ਹੈ। ਇਤਨਾ ਕੁਝ ਕਰਨ ਦੇ ਬਾਵਜੂਦ ਵੀ ਗਰਭ ਗੁਮਾਨ ਨ ਮਨ ਤੇ ਹੁਟੈ। ਉਹਨੂੰ ਗਰਭ ਹੈ ਦੇਹ ਦਾ, ਗੁਮਾਨ ਹੈ ਆਪਦੇ ਸਾਧਨਾ ਦਾ, ਇਹ ਮਨ ਤੋਂ ਕਦੇ ਹਟਦਾ ਨਹੀਂ, ਬਣਿਆ ਹੀ ਰਹਿੰਦਾ ਹੈ। ਸੋਚ ਕਰੈ ਦਿਨਸ ਅਰ ਰਾਤ। ਜੇ ਕੋਈ ਸੋਚ ਸਰੀਰ ਨੂੰ ਮਾਂਜੀ ਜਾਵੇ, ਸਫਾਈ ਕਰੀ ਜਾਵੇ, ਰਾਤ ਦਿਨ ਸਫਾਈ ਕਰੇ, ਸੋਚ ਚਿੰਤਾ ਹੀ ਕਰਦਾ ਰਹੇ ਰਾਤ ਦਿਨੇ, ਸੋਚ ਵਿਚਾਰ ਹੀ ਕਰਦਾ ਰਹੇ ਦਿਨ ਰਾਤ ਕਿ ਕਿਵੇਂ ਕਰਾਂਗੇ, ਹੁਣ ਸੋਚਾਂ 'ਚ ਹੀ ਪਿਆ ਰਹੇ, ਪਵਿੱਤਰ ਕਰਦਾ ਰਹੇ ਮਿੱਟੀ ਆਦਿਕ ਨਾਲ ਮਾਂਜ ਕੇ। ਮਨ ਕੀ ਮੈਲ ਨ ਤਨ ਤੇ ਜਾਤ। ਸਤਿਗੁਰੂ ਜੀ ਫਰਮਾਉਂਦੇ ਹੈ ਭਾਈ ਉਹ ਤਨ ਦੇ ਧੋਣੇ ਕਰਕੇ ਮਨ ਦੀ ਅੰਦਰੋਂ ਮੈਲ ਨਹੀਂ ਜਾਂਦੀ, ਸੋ ਮਨ ਦੀ ਮੈਲ ਤਾਂ ਸ਼ਬਦ ਦੇ ਨਾਲ ਹੀ ਜਾਵੇਗੀ। ਇਸ ਦੇਹੀ ਕੋ ਬਹੁ ਸਾਧਨਾ ਕਰੈ। ਇਸ ਦੇਹੀ ਦੇ ਨਾਲ ਬਹੁਤ ਸਾਰੇ ਸਾਧਨਾ ਕਰੇ, ਮਾਲ ਜੋਬਨ ਆਦਿਕ ਕਰਨਾ ਕਰੇ। ਮਨ ਤੇ ਕਬਹੁ ਨ ਬਿਖਿਆ ਟਰੈ। ਇਸ ਤਰ੍ਹਾਂ ਕਰਨੇ ਕਰਕੇ ਮਨ ਦੀ ਜਿਹੜੀ ਵਿਸ਼ਿਆਂ ਦੀ ਮੈਲ ਹੈ ਉਹ ਨਹੀਂ ਟਲਦੀ, ਬਣੀ ਹੀ ਰਹਿੰਦੀ ਹੈ ਮਨ 'ਚ ਕਾਮ ਆਦਿਕਾਂ ਦੀ। ਜਲ ਧੋਵੈ ਬਹੁ ਦੇਹ ਅਨੀਤ। ਜਲ ਦੇ ਨਾਲ ਬਹੁਤ ਸਾਰੇ ਤੀਰਥਾਂ ਤੇ ਦੇਹ ਜਿਹੜੀ ਅਨੀਤ ਨਾਸ਼ਵੰਤ ਹੈ, ਇਹਨੂੰ ਧੋਂਦਾ ਫਿਰੇ ਜੇਕਰ ਕਿ ਸੁਧ ਕਹਾ ਹੋਏ ਕਾਚੀ ਭੀਤ। ਜਿਵੇਂ ਕੱਚੀ ਕੰਧ ਦੇ ਉੱਤੇ ਪਾਣੀ ਪਾਈਏ, ਵਿੱਚੋਂ ਹੋਰ ਮਿੱਟੀ ਨਿਕਲਦੀ ਰਹਿੰਦੀ ਹੈ, ਸ਼ੁੱਧ ਕਿਵੇਂ ਹੋਵੇਗੀ ਉਹ ਕੱਚੀ ਕੰਧ ਜਿਹੜੀ ਹੈ। ਇਸੇ ਪ੍ਰਕਾਰ ਜਿਹੜੀ ਕੱਚੀ ਬਿਰਤੀ ਹੈ ਦੇਹ ਅਧਿਆਸ ਵਾਲੀ, ਉਹ ਦੇਹ ਦੇ ਅਭਿਆਨ ਤੋਂ ਰਹਿਤ ਹੋ ਕੇ ਸ਼ੁੱਧ ਕਿਵੇਂ ਹੋਵੇਗੀ, ਭਾਵ ਨਹੀਂ ਹੋ ਸਕਦੀ। ਜਿਵੇਂ ਕਹਿੰਦੇ ਜੀ ਗੋਹਾ ਮਲਣ ਕਰਕੇ, ਦੱਬ ਖਾਣੇ ਕਰਕੇ ਸ਼ੁੱਧ ਹੋਈਦਾ ਹੈ, ਇਹ ਸਾਧ ਸੰਗਤ ਜੀ ਕਬੀਰ ਜੀ ਦਾ ਫਰਮਾਨ ਹੈ। ਗੋਬਰ ਝੂਠਾ, ਚੌਕਾ ਝੂਠਾ, ਝੂਠੀ ਦੀਨੀ ਕਾਰਾ। ਇਹ ਕਾਰਾ ਕਰਨੀਆਂ ਵੀ ਜਿਵੇਂ ਮੁਸਲਮਾਨਾਂ ਨੇ ਲੋਟੇ ਨੂੰ ਸੁੱਚਾ ਮੰਨਿਆ ਹੈ, ਉਸੇ ਨਾਲ
ਅਵਜੂ ਕਰ ਲੈਂਦੇ ਆ, ਉਸੇ ਨਾਲ ਜੰਗਲ ਵਾਲੇ ਹੱਥ ਧੋ ਲੈਂਦੇ ਆ। ਇਹੋ ਜਿਹੀ ਹਾਲਤ ਹੈ ਇਹਨਾਂ ਦੀ ਸੁੱਚਮ ਕਿ ਪਾਣੀ ਦੂਰੋਂ ਉੱਤੋਂ ਪੈਂਦਾ ਤਾਂ ਸੁੱਚਾ ਹੈ। ਧਾਰ ਨੂੰ ਉੱਚੀ ਸਮਝ ਕੇ ਇਹ ਉਹਨਾਂ ਨੇ ਮੰਨਿਆ ਜਿਵੇਂ ਗੋਹੇ ਨੂੰ ਸੁੱਚਾ ਮੰਨਿਆ, ਮੁਸਲਮਾਨਾਂ ਲੋਟੇ ਨੂੰ ਸੁੱਚਾ ਮੰਨਿਆ। ਮਹਾਰਾਜ ਸਾਹਿਬ ਕਹਿੰਦੇ ਇਹ ਕੱਚੀ ਕੰਧ ਵਰਗੀ ਦੇਹ ਹੈ, ਇਹ ਕਿਵੇਂ ਸ਼ੁੱਧ ਹੋਏਗੀ, ਪਵਿੱਤਰ ਨਹੀਂ ਹੋ ਸਕਦੀ। ਮਨ ਹਰਿ ਕੇ ਨਾਮ ਕੀ ਮਹਿਮਾ ਊਚ। ਇਹ ਮੇਰੇ ਪਿਆਰੇ ਮਨਾ, ਪਰਮੇਸ਼ਰ ਦੇ ਨਾਮ ਦੀ ਵਡਿਆਈ ਸਭ ਤੋਂ ਉੱਚੀ ਹੈ, ਸਫਲਾ ਕਰਨ ਵਾਲੀ ਹੈ। ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਭਾਈ ਇਹ ਨਾਮ ਇਤਨਾ ਮਹਾਨ ਉੱਚਾ ਹੈ, ਇਸ ਨਾਮ ਨੂੰ ਜਪ ਕਰਕੇ ਪਤਾ ਹੀ ਨਹੀਂ ਮੂਚ ਕਿਤਨੇ ਕੋ ਸੁਧਰ ਗਏ, ਕਿਤਨੇ ਕੋ ਜੀਵ ਤਰ ਗਏ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਨਾਮ ਜਪਣ ਕਰਕੇ ਉਧਰ ਗਏ ਪਾਪੀ ਵੀ ਬਹੁਤ ਸਾਰੇ, ਮੂਚ ਬਹੁਤ ਵਿਸਥਾਰ ਪੂਰਵਕ ਵਾਲੇ ਪਾਪੀ ਜਿਹੜੇ ਸੀ ਉਹ ਵੀ ਉਧਰ ਗਏ, ਬਹੁਤ ਸਾਰੇ ਤਰ ਗਏ। ਸੋ ਸਾਧ ਸੰਗਤ ਜੀ, ਇਹ ਸੀ ਤੀਸਰੀ ਅਸ਼ਟਪਦੀ ਦਾ ਤੀਜੇ ਪਦੇ ਤੱਕ ਅੱਜ ਸਾਡੀ ਵਿਚਾਰ ਹੋਈ ਹੈ। ਸੋ ਕੱਲ ਤੋਂ ਫਿਰ ਚੌਥੇ ਪਦੇ ਤੋਂ ਵਿਚਾਰ ਆਰੰਭ ਹੋਵੇਗੀ। ਭਾਵ ਤੀਸਰੀ ਅਸ਼ਟਪਦੀ ਹੈ ਔਰ 3 ਪਦਿਆਂ ਦੀ ਅਸੀਂ ਵਿਚਾਰ ਸਤਿਗੁਰੂ ਜੀ ਦੀ ਰਹਿਮਤ ਨਾਲ ਆਪ ਸੰਗਤ ਜੀ ਦੇ ਨਾਲ ਸਾਂਝੀ ਕੀਤੀ ਹੈ। ਸੋ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ, ਗੁਰਬਾਣੀ ਸਾਹਿਬ ਜੀ ਨੂੰ ਗਾਉਂਦਿਆਂ, ਗੁਰਬਾਣੀ ਸਾਹਿਬ ਜੀ ਦੀ ਵਿਚਾਰ ਕਰਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ। ਸਾਧ ਸੰਗਤ ਜੀ, ਆਪ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ। ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਹਨ, ਸਾਨੂੰ ਬਖਸ਼ ਲੈਣ। ਅੱਗੇ ਤੋਂ ਸੁਧ ਸਪਸ਼ਟ ਵਿਚਾਰ ਗੁਰਬਾਣੀ ਪੜ੍ਹਨ ਸੁਣਨ ਦੇ ਉਦਮ ਬਲ ਬਖਸ਼ਣ, ਸਮਤ ਬਖਸ਼ਣ। ਇੱਥੇ ਹੀ ਸਮਾਪਤੀ ਹੈ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।